गुड मॉर्निंग स्टूडेंट। B.Ed सैकेंड सैम का अपना सबजैक्ट चल रहा सीगा ICT। ਉਹਦੇ ਵਿੱਚ ਆਪਾਂ 3 ਵੀਡੀਓਜ਼ ਆਲਰੇਡੀ ਮੇਰੇ ਸ਼ੇਅਰ ਹੋ ਗਈਆਂ। ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਸਕੋਪ ਆਫ ICT ਕਰਵਾਉਂਗੀ। ਠੀਕ ਹੈ। ਬਾਈ ਸਕੋਪ ਆਫ ਮੀਨਸ ਦ ਬਾਉਂਡਰੀਜ਼ ਵਿਦਿਨ ਵਿਚ ਇਨਫੋਰਮੇਸ਼ਨ ਟੈਕਨੋਲੋਜੀ ਕੈਨ ਫੰਕਸ਼ਨ। ਸਕੋਪ ਜਦੋਂ ਵੀ ਆਏਗਾ ਨਾ, ਸਕੋਪ ਦਾ ਮਤਲਬ ਕੀ ਹੋ ਜਾਂਦਾ ਵੀ ਆਪਣੀਆਂ ਹੱਦਾਂ ਕਿੰਨੀਆਂ ਕੁ, ਆਪਣੀ ਬਾਉਂਡਰੀ ਕੀ ਹੈ ਕੰਮ ਕਰਨ ਦੀ। ਹੁੰਦਾ ਨਾ, ਹਰੇਕ ਕੰਮ ਕਰਨ ਦੀ ਇੱਕ ਲਿਮਿਟ ਹੁੰਦੀ ਹੈ, ਆਪਣੇ ਆਸੇ ਪਾਸੇ ਕੁਝ ਕੰਡੀਸ਼ਨਸ ਹੁੰਦੀਆਂ, ਬਾਉਂਡਰੀਜ਼ ਹੁੰਦੀਆਂ ਜਿਨ੍ਹਾਂ ਦੇ ਇਨ ਬਿਟਵੀਨ ਰਹਿ ਕੇ ਆਪਾਂ ਕੰਮ ਕਰਨਾ ਹੁੰਦਾ। ਜੇ ਬਾਉਂਡਰੀਜ਼ ਨਾ ਹੋਣ ਤਾਂ ਆਪਾਂ ਨੂੰ ਆਪਣਾ ਏਰੀਆ ਹੀ ਨਹੀਂ ਪਤਾ ਹੁੰਦਾ ਵੀ ਆਪਾਂ ਕਿੰਨਾ ਕੁ ਕੰਮ ਕਰਨਾ। ਲਾਈਕ ਹੁਣ ਜਿਵੇਂ ਤੁਹਾਨੂੰ ਇਕੱਲਾ ਐਂ ਦੇ ਦੇਣ ICT ਸਬਜੈਕਟ ਪੜ੍ਹੋ, ਪਰ ਤੁਹਾਨੂੰ ਨਹੀਂ ਪਤਾ ਨਾ ਕੀ ਪੜ੍ਹਨਾ। ਹੁਣ ਤੁਹਾਨੂੰ ਇੱਕ ਸਿਲੇਬਸ ਦਿੱਤਾ ਹੋਇਆ, ਇੱਕ ਬਾਉਂਡਰੀ ਦੱਸੀ ਹੋਈ ਹੈ ਵੀ ICT ਦੇ ਵਿੱਚ ਵੀ ਤੁਸੀਂ ਆਹ ਟੌਪਿਕ ਕਰਨੀ ਹੈ, ਤਾਂ ਇੱਕ ਪਰਟੀਕੂਲਰ ਬਾਉਂਡਰੀ ਡਿਫਾਈਨ ਹੈ। ਤੁਸੀਂ ਉਹੀ ਚੀਜ਼ਾਂ ਜਿਹੜੀਆਂ ਹੈਗੀਆਂ ਰੀਡ ਆਊਟ ਕਰ ਦਿਓ। ਇਨ ਦ ਸੇਮ ਵੇ ICT ਦਾ ਵੀ ਕੀ ਹੁੰਦਾ, ਇੱਕ ਸਕੋਪ ਹੁੰਦਾ ਜਿਹਦੇ ਵਿੱਚ ਰਹਿ ਕੇ ਉਹਨੇ ਆਪਦੀ ਫੰਕਸ਼ਨਾਲਿਟੀ ਪਰਫੋਰਮ ਕਰਨੀ ਹੁੰਦੀ ਹੈ। ਦ ਡਿਸਿਪਲਿਨ ਆਫ ਇਨਫੋਰਮੇਸ਼ਨ ਟੈਕਨੋਲੋਜੀ ਇਜ਼ ਕੁਆਇਟ ਮਾਡਰਨ ਵਨ ਡੇ ਇਜ਼ ਬੇਸਡ ਔਨ ਸਾਇੰਟੀਫਿਕ ਐਂਡ ਟੈਕਨੋਲੋਜੀਕਲ ਐਡਵਾਂਸਮੈਂਟ। ਕਹਿੰਦਾ ਜਿਹੜਾ ICT ਹੈ ਉਹ ਬੇਸਿਕਲੀ ਕਿਹਦੇ 'ਤੇ ਬੇਸਡ ਹੈ, ਟੈਕਨੋਲੋਜੀਕਲ ਅਤੇ ਸਾਇੰਟੀਫਿਕ। ਜਿਹੜੇ ਸਾਇੰਟਿਸਟ ਜਿਹੜੇ ਕੰਮ ਕਰਦੇ ਆ ਅਤੇ ਪਲੱਸ ਜਿਹੜੀਆਂ ਨਵੀਆਂ ਟੈਕਨੋਲੋਜੀਜ਼ ਆ ਰਹੀਆਂ ਉਹਨਾਂ ਦੇ ਕੰਬੀਨੇਸ਼ਨ ਨਾਲ ਮਿਲ ਕੇ ICT ਆਪਦਾ ਕੀ ਕਰਦਾ, ਜੋ ਵੀ ਵਰਕਿੰਗ ਹੈ ਉਹ ਪਰਫੋਰਮ ਕਰਦਾ ਹੈ। ਤਾਂ ਕੁਝ ਪੁਆਇੰਟ ਇਹਦੇ ਵਿੱਚ ਫਸਟ ਪੁਆਇੰਟ ਇਜ਼ with the explosion of information through innovation and research, new areas etc. educational system will have the design of structure, new courses at different level of education। ਹੁਣ ਇਹਦਾ ਸਕੋਪ ਆਪਾਂ ਇਹ ਦੇਖਦੇ ਕਿੱਥੋਂ ਤਾਈਂ ਪਹੁੰਚ ਗਿਆ। ਕਹਿੰਦੇ ਬਿਕੋਜ਼ ਆਫ ਦਾ ਐਡਵਾਂਸਮੈਂਟ ਆਫ ਟੈਕਨੋਲੋਜੀ, ਕਿਉਂਕਿ ਟੈਕਨੋਲੋਜੀ ਦੀ ਐਡਵਾਂਸਮੈਂਟ ਹੋ ਚੁੱਕੀ ਹੈ, ਟੈਕਨੋਲੋਜੀ ਵੱਡੇ ਲੈਵਲ 'ਤੇ ਯੂਜ਼ ਹੋਣ ਲੱਗ ਗਈ ਹੈ। ਇਸ ਕਰਕੇ ਇਹਦਾ ਜਿਹੜਾ ਏਰੀਆ ਉਹ ਵਾਸਟ ਹੋ ਚੁੱਕਿਆ, ਰਿਸਰਚ ਹੋਣ ਲੱਗ ਗਈ ਇਹਦੇ 'ਤੇ। ਜਿਹੜੇ ਸਬਜੈਕਟ ਹੈ ਹੁਣ ਬੇਸਿਕਲੀ ਪਹਿਲਾਂ ਜਿਵੇਂ ਆਪਾਂ ਕਹਿੰਦੇ ਸਾਇੰਟੀਫਿਕ ਜਾਂ ਟੈਕਨੋਲੋਜੀਕਲ ਚੀਜ਼ਾਂ ਲਈ ਇਹਨੂੰ ਯੂਜ਼ ਕੀਤਾ ਜਾਂਦਾ ਸੀ, ਟਾਈਮ ਦੇ ਨਾਲ ਇਹਨੂੰ ਐਜੂਕੇਸ਼ਨਲ ਦੇ ਵਿੱਚ ਸਟਰਕਚਰ ਦੇ ਵਿੱਚ ਵੀ ਯੂਜ਼ ਕੀਤਾ ਜਾਣ ਲੱਗ ਗਿਆ। ਮਤਲਬ ਇਹਦਾ ਸਕੋਪ ਹੈ, ਜਿਹੜਾ ਦਾਇਰਾ ਉਹ ਵੱਧ ਗਿਆ। Next, subject related generic concepts needs to be classified in courses of study and accordingly reading material will have to be developed। फिर उस तो बाद नेक्स्ट आ गया सब्जैक्ट रिलेटेड। हरेक सब्जैक्ट के रिलेटेड इन्फॉर्मेशन आपां नूं इंटरनेट के उत्ते प्रोवाइड होने लग गई, क्लासीफिकेशन होने लग गई। ठीक है, मटीरियल अकॉर्डिंग टू द सब्जैक्ट अवेलेबल होने लग गया। दिस इज़ ऑल्सो कॉल्ड अ स्कोप इंक्रीजिंग इन द स्कोप ऑफ ICT। ये नाल कि स्कोप का जो दायरा है वो बाउंड्री जी है वो होर वास्ट हो। Third, with the explosion of new technologies available in management of information, the expanding information and knowledge will have to be compressed under various system sequences to facilitate flow of information meaningful। ਉਸ ਤੋਂ ਇਲਾਵਾ ਕਹਿੰਦੇ ਜਿੰਨੀ ਵੀ ਇਨਫੋਰਮੇਸ਼ਨ ਇਹਦੇ ਵਿੱਚ ਐਕਸਪੈਂਡ ਹੀ ਹੁੰਦੀ ਗਈ, ਐਕਸਪੈਂਡ ਪਹਿਲਾਂ ਤਾਂ ਜਿਵੇਂ ਸਿੰਪਲ ਇਨਫੋਰਮੇਸ਼ਨ ਆਪਾਂ ਪਾਈ ਜਾਂਦੇ ਉਸ ਤੋਂ ਬਾਅਦ ਉਹਨਾਂ ਨੂੰ ਆਪਾਂ ਰਿਫਾਈਨ ਕਰ ਦਿੰਦੇ ਹਾਂ ਵੀ ਇਹਦੇ ਵਿੱਚੋਂ ਮੀਨਿੰਗਫੁਲ ਇਨਫੋਰਮੇਸ਼ਨ ਕਿਹੜੀ ਹੈ। ਸਾਰੀ ਤਾਂ ਦੇਖੋ ਆਪਾਂ ਨੂੰ ਚਾਹੀਦੀ ਨਹੀਂ ਹੁੰਦੀ, ਆਪਾਂ ਸਿਰਫ ਮੀਨਿੰਗਫੁਲ ਚੀਜ਼ਾਂ ਚੁੱਕਣੀਆਂ ਤਾਂ ਉਸ ਤੋਂ ਬਾਅਦ ਉਹਦੇ ਵਿੱਚੋਂ ਮੀਨਿੰਗਫੁਲ ਇਨਫੋਰਮੇਸ਼ਨ ਨੂੰ ਰਿਫਾਈਨ ਕੀਤਾ ਗਿਆ। Fourth, it is making many inroads to explore or navigate new areas of information and knowledge through web-based technology and computer। ਉਸ ਤੋਂ ਬਾਅਦ एक्सप्लोर किया गया, नैवीगेट एक नवा रास्ता दिखाया गया भी ਕਿਹੜੀ नवी तरह की नॉलेज हो सकती है, इन्फॉर्मेशन हो सकती है। न्यू टर्म लाइक फॉर्मेशन और क्रिएटिंग पोर्टल लिंक्स एंड हाइपर लिंक्स एक्सेट्रा। नवीं टर्म्स आईਆਂ, किसी चीज़ की फॉर्मेशन, किसी चीज़ को किमें बना सकते हैं, नवे पोर्टल खुलन लगे, लिंकिंग होने लगी, एक चीज़ तो दूजी जगह आप जंप करन लगे। तो ये चीज़ें टाइम के नाल डिवेलप होंदियां गईयां। Some of the areas where IT has entered and boosted the economy of the country area। ਉਸ ਤੋਂ ਇਲਾਵਾ ਦੇਸ਼ ਦੀ ਆਰਥਿਕ ਵਿਵਸਥਾ ਨੂੰ ਅੱਗੇ ਵਧਾਉਣ ਵਿੱਚ ਵੀ ਇਹਨੇ ਹਿੱਸਾ ਪਾਇਆ। ਕਿਹੜੇ ਜਿਵੇਂ ਐਗਰੀਕਲਚਰ ਨੂੰ ਇੰਪਰੂਵ ਕਰਨ ਵਿੱਚ, ਕਮਿਊਨੀਕੇਸ਼ਨ ਦੂਸਰੇ ਦੇਸ਼ਾਂ ਦੇ ਨਾਲ ਕਮਿਊਨੀਕੇਸ਼ਨ ਪਰਪਜ਼ ਲਈ, स्पेस साइंस, उस तो इलावा आप जो रॉकेट वगैरह स्पेस जाते हैं उसमें इंप्रूव करने लिए, इंडस्ट्री डिफेंस इंडस्ट्री एरिया जो भी लगती है, इंडस्ट्रीज अलग अलग प्रोडक्शन या डिफेंस जो भी अपना सिक्योरिटी सिस्टम है उन्होंने मैनेज करने लिए। उस इलावा रिसर्च एंड डिवेलपमेंट, नवी रिसर्चिज करने लिए, डिवेलपमेंट करने लिए ICT का जो स्कोप है वो की है टाइम टू टाइम वास्ट किया गया। ये तो सीगा स्कोप ऑफ ICT। उस तो बाद नैक्सट अपने को टॉपिक आ जाता है एडवांटेजिज ऑफ ICT के की लाभ है। पर सब तो पहला यूजफुल फॉर स्टूडेंट, अलग अलग लाभ देखने को मिलते हैं। सब तो पहला आप यूजफुल फॉर हाउ इट इज़ यूजफुल फॉर स्टूडेंट, ICT हाउ हैल्पफुल फॉर स्टूडेंट। फर्स्ट पॉइंट इज़ विद्यार्थियों को जरूरी सिखलाई के अवसर प्राप्त होंगे। की होंगी है द स्टूडेंट गेट डिफरेंट काइंड ऑफ अपॉर्चुनिटीज़ फॉर देयर रीडिंग परपज़, फॉर देयर स्टडिंग मटीरियल।
ਉਹਨਾਂ ਨੂੰ ਸੂਚਨਾ ਦੇ ਪ੍ਰੋਸੈਸਿੰਗ ਸੋਮਿਆ ਜ਼ਰੂਰੀ ਸੂਚਨਾ ਨੂੰ ਖੋਜਣ ਅਤੇ ਪ੍ਰਾਪਤ ਕਰਨ ਦੇ ਢੰਗ ਸਾਧਨ ਅਤੇ ਸੂਚਨਾ ਨੂੰ ਕਰਨ ਦੇ ਢੰਗਾਂ ਦੀ ਜਾਣਕਾਰੀ ਪ੍ਰਾਪਤ ਹੁੰਦੀ ਹੈ। ਦੇ ਗੋਟ ਇਨਫੋਰਮੇਸ਼ਨ ਕਾਹਦੀ ਕਾਹਦੀ ਇਨਫੋਰਮੇਸ਼ਨ ਮਿਲਦੀ ਹੈ ਅਬਾਊਟ ਦ ਰਿਸਰਚ, ਹਾਊ ਦੇ ਕੈਨ ਫਾਊਂਡ ਦੇਅਰ ਨੌਲੇਜ, ਹਾਊ ਦੇ ਕੈਨ ਰਿਸਰਚ, ਹਾਊ ਦੇ ਕੈਨ ਪਰਫਾਰਮ ਰਿਸਰਚ ਔਨ ਦੇਅਰ ਟॉपिक्स। ठीक है, किस तरह इन्फॉर्मेशन उन्होंने सूचना एकत्रित करना, हाउ दे कैन गैदर देयर इन्फॉर्मेशन, हाउ दे कैन प्रोसैस देयर इन्फॉर्मेशन, वो भी ये की आ जाता है ICT मतलब स्टूडेंट लिए यूजफुल रहती है इन्होंने चीज़ों परफॉर्म करने। उचित निर्णाकरण और समस्यावां का हल करने की योग्यता व्यवहार में परिवर्तन होना। उसके अलावा whenever a student want to take any kind of decision, ICT is helpful for student. How ICT is helpful for making decision? By help of ICT the student can gather different kind of information by using internet. Suppose the student have some kind of problem, he want to find a solution of that particular problem. The way is that the student is going on the internet to fulfill his topic here and then perform full kind of research on that. फिर पूरी तरह ਉਹਦੇ 'ਤੇ रिसर्च ਕਰਨ ਤੋਂ ਬਾਅਦ ਜੋ ਵੀ ਉਹਨੂੰ ਕੋਈ ਪ੍ਰੋਬਲਮ ਸੀ ਸਟੂਡੈਂਟ ਨੂੰ, he or she will take decision according to that. ਸੈਕਿੰਡ ਆ ਗਿਆ ਯੂਜ਼ਫੁਲ ਫॉर ਟੀਚਰ। ਠੀਕ ਹੈ, ਜੇ ਤਾਂ ਸੀਗਾ ਸਟੂਡੈਂਟ ਨੂੰ ਇਨਫੋਰਮੇਸ਼ਨ ਇਕੱਤਰਿਤ ਕਰਨ ਦੇ ਵਿੱਚ, ਕੋਈ ਡਿਸੀਜਨ ਲੈਣ ਦੇ ਵਿੱਚ ਕੋਈ ਪ੍ਰੋਬਲਮ ਆ ਜਾਂਦੀ, ਉਹਦਾ ਸੋਲੂਸ਼ਨ ਲੱਭਣ ਦੇ ਵਿੱਚ ICT ਹੈਲਪਫੁਲ ਹੁੰਦੀ ਹੈ। ਉਸ ਤੋਂ ਬਾਅਦ ਹਾਊ ਇਟ ਇਜ਼ ਯੂਜ਼ਫੁਲ ਫॉर ਟੀਚਰ। ਅਧਿਆਪਕਾਂ ਨੂੰ ਉਹਨਾਂ ਦੇ ਅਧਿਆਪਨ ਕਾਰਜਾਂ ਵਿੱਚ ਬਹੁਤ ਮਦਦ ਮਿਲਦੀ ਹੈ। ਦ ਟੀਚਰ ਕੈਨ ਗੈਟ ਅਨਦਰ ਕਾਈਂਡ ਆਫ ਟੀਚਿੰਗ ਮਟੀਰੀਅਲ ਵਿਦ ਦ ਹੈਲਪ ਆਫ ICT। ਸਵੈ ਸਿੱਖਿਆ ਖੇਤਰ ਦੇ ਪ੍ਰਯੋਗ ਦੁਆਰਾ ਅਧਿਆਪਕ ਨੂੰ ਆਪਣੇ ਰੋਜ਼ਾਨਾ ਦੇ ਕੰਮਾਂ ਤੋਂ ਕੁਝ ਰਾਹਤ ਪ੍ਰਾਪਤ ਹੁੰਦੀ ਹੈ। ਈਵਨ ਦ ਟੀਚਰ ਕੈਨ ਡੂ ਦ ਸੈਲਫ ਸਟੱਡੀ ਐਂਡ ਸੈਲਫ ਸਟੀਮ ਬਾਈ ਯੂਜ਼ਿੰਗ ICT। ਬਹੁਤ ਸਾਰੇ ਟੌਪਿਕ ਉਹ ਇੰਟਰਨੈਟ ਦੇ ਉੱਤੇ ਹੀ ਸਰਚ ਕਰਕੇ ਪੜ੍ਹ ਲੈਂਦਾ, ਮਤਲਬ ਖੁਦ ਨੂੰ ਨਹੀਂ ਦੇਖਣੇ ਪੈਂਦੇ ਉਹ ਟੌਪਿਕ, ਤਾਂ ਉਸ ਚੀਜ਼ ਤੋਂ ਵੀ ਦੇ ਗੈਟ ਰਿਲੈਕਸ ਐਂਡ ਦੇਅਰ ਟਾਈਮ ਵਿਲ ਬੀ ਆਲਸੋ ਸੇਵਡ ਬਾਈ ਦਿਸ ਪਰਪਜ਼। ਫਿਰ ਉਹ ਜਿਹੜਾ ਵਿਦਿਆਰਥੀਆਂ ਨੂੰ ਸਿੱਖਣ ਲਈ ਪ੍ਰੇਰਿਤ ਕਰਦੇ ਹੈ, ਦੇ ਆਲਸੋ ਮੋਟੀਵੇਟ ਦ ਸਟੂਡੈਂਟ ਬਿਕੋਜ਼ ਵੈਨ ਐਵਰ ਦ ਟੀਚਰ ਗॉट ਪੋਜ਼ੀਟਿਵ ਵੇਵ the student can also be concerned with the teacher era, है ना। तो उस era ਦੇ ਵਿੱਚ ਸਟੂਡੈਂਟ ਵੀ ਰਹਿੰਦੇ ਆ, ਜਿਸ era ਦੇ ਵਿੱਚ ਟੀਚਰ ਰਹਿੰਦਾ, ਤਾਂ ਮਤਲਬ ਜੇ ਟੀਚਰ ਪੋਜ਼ੀਟਿਵ ਹੈ ਤਾਂ ਸਟੂਡੈਂਟ ਗੈਟ ਆਲਸੋ ਪੋਜ਼ੀਟਿਵਿਟੀ ਫਰੋਮ ਦੇਅਰ ਟੀਚਰ, ਤਾਂ ਉਹਨਾਂ ਨੂੰ ਕੁਝ ਮੋਟੀਵੇਸ਼ਨ ਦੇਣੀ ਸਟੂਡੈਂਟਸ ਨੂੰ, ਇਟ ਇਜ਼ ਆਲਸੋ ਹੈਲਪਫੁਲ ਫॉर दैट पीपल। थर्ड आ गया यूजफुल फॉर द एजुकेशनल एडमिनिस्ट्रेशन एंड प्लानर। ਜਿਹੜੇ ਐਡਮਿਨਿਸਟ੍ਰੇਟਰ ਐਂਡ ਪਲਾਨਰਸ ਹੁੰਦੇ ਆ ਉਹਨਾਂ ਲਈ ਯੂਜ਼ਫੁਲ ਹੁੰਦਾ। ਕਿਵੇਂ ਹੁੰਦਾ, ਉਹ ਸਿੱਖਿਆ ਨਾਲ ਸੰਬੰਧਿਤ ਕੰਮਾਂ ਅਤੇ ਕਿਰਿਆਵਾਂ ਬਾਰੇ ਸਹੀ ਫੈਸਲੇ ਲੈ ਸਕਦੇ ਆ। ਦੇ ਇਫ ਦੇ ਵਾਂਟ ਟੂ ਟੇਕ ਐਨੀ ਕਾਈਂਡ ਆਫ ਡਿਸੀਜਨ ਦੈਟ ਕੈਨ ਬੀ ਰਿਲੇਟਡ ਟੂ ਐਜੂਕੇਸ਼ਨ, ਤਾਂ ICT ਹੈਲਪ ਨਾਲ ਉਹ ਵਧੀਆ ਤਰੀਕੇ ਦੇ ਡਿਸੀਜ਼ਨ ਜਿਹੜੇ ਆ ਉਹ ਲੈ ਸਕਦੇ ਆ। ਉਹਨਾਂ ਨੂੰ ਸਿੱਖਿਆ ਦੇ ਹਰੇਕ ਪੱਧਰ ਨਾਲ ਸੰਬੰਧਿਤ ਜਾਣਕਾਰੀ ਥੋੜ੍ਹੇ ਸਮੇਂ ਵਿੱਚ ਹੀ ਪ੍ਰਾਪਤ ਹੋ ਜਾਂਦੀ ਹੈ। ਦੇ ਗੈਟ ਨੌਲੇਜ ਅਬਾਊਟ ਦ ਐਜੂਕੇਸ਼ਨ ਇਨ ਅ ਸ਼ਾਰਟ ਪੀਰੀਅਡ ਆਫ ਟਾਈਮ। ਕਿਸੇ ਵੀ ਹੋਰ ਔਰਗੇਨਾਈਜੇਸ਼ਨ ਦੇ ਡਿਸੀਜ਼ਨ ਦੇਖਣੇ ਆ, ਕਿਸੇ ਨਾਲ ਕੋਈ ਇਨਫੋਰਮੇਸ਼ਨ ਸ਼ੇਅਰ ਕਰਨੀ ਹੈ, ਕੋਈ ਕਮਿਊਨੀਕੇਸ਼ਨ ਕਰਨੀ ਹੈ, ਬਹੁਤ ਲੈਸ ਟਾਈਮ ਦੇ ਵਿੱਚ ਉਹ ਕੀ ਹੈ, ਇਹ ਸਾਰੇ ਡਿਸੀਜ਼ਨ ਜਿਹੜੇ ਆ ਉਹ ਪਰਫਾਰਮ ਕਰ ਸਕਦੇ ਆ। ਫੋਰਥ ਪੁਆਇੰਟ ਆ ਜਾਂਦਾ ਯੂਜ਼ਫੁਲ ਫॉर द ਕਾਉਂਸਲਰ। ਉਸ ਤੋਂ ਇਲਾਵਾ ਕਹਿੰਦੇ ਕਾਉਂਸਲਰ ਲਈ ਵੀ ਇਹ ਯੂਜ਼ਫੁਲ ਹੁੰਦੀ ਹੈ। ਹਾਊ, ਸੂਚਨਾ ਅਤੇ ਸੰਚਾਰ ਤਕਨੀਕੀ ਦੁਆਰਾ ਸਲਾਹਕਰਤਾਵਾਂ ਨੂੰ ਵੱਖ-ਵੱਖ ਸੂਚਨਾ ਸੋਮਿਆਂ ਤੱਕ ਪਹੁੰਚ ਪ੍ਰਾਪਤ ਹੁੰਦੀ ਹੈ, ਜਿਸ ਨਾਲ ਉਹ ਕਿਸੇ ਨਿਰਣੇ ਤੱਕ ਪਹੁੰਚ ਸਕਦੇ। ਠੀਕ ਹੈ ਨਾ, ਮਤਲਬ ਕਿਸੇ ਤੋਂ ਆਪਾਂ ਕਾਉਂਸਲਿੰਗ ਲੈਣੀ ਹੈ, ਕਾਉਂਸਲਿੰਗ ਮਤਲਬ ਅਲੱਗ ਜਦੋਂ ਆਪਣੇ ਕੋਲ ਕੋਈ ਪ੍ਰੋਬਲਮ ਆਉਂਦੀ ਹੈ ਨਾ, ਜਦੋਂ ਆਪਾਂ ਕਾਉਂਸਲਿੰਗ ਲੈਣੀ ਹੁੰਦੀ ਹੈ, ਸਪੋਜ਼ ਆਪਣੇ ਕੋਲ 10 ਕੋਈ ਉਹਨਾਂ ਨੇ ਕੋਈ 10 ਆਪਸ਼ਨ ਦੇ ਦਿੱਤੀਆਂ, ਭਾਈ 10 'ਚੋਂ ਇੱਕ ਚੂਜ਼ ਕਰ ਲਓ, ਤਾਂ ਆਪਾਂ ਕਿਸੇ ਦੀ ਸਲਾਹ ਲੈ ਕੇ, ਕਿਸੇ ਵਧੀਆ ਪਰਸਨ ਦੀ ਸਲਾਹ ਲੈ ਕੇ, ਐਕਸਪੀਰੀਅੰਸ ਪਰਸਨ ਦੀ ਸਲਾਹ ਲੈ ਕੇ ਉਹਨਾਂ ਦੀ ਜਿਹੜੀ ਡਿਸੀਜ਼ਨ ਮੇਕਿੰਗ ਹੈ ਉਹ ਵਧੀਆ ਢੰਗ ਨਾਲ ਕਰ ਸਕਦੇ ਹੈ। ਉਹਨਾਂ ਨੂੰ ਵਿਦਿਆਰਥੀਆਂ ਦੇ ਵਿਅਕਤੀਤਵ ਗੁਣਾਂ ਬਾਰੇ ਪੂਰੀ ਜਾਣਕਾਰੀ ਪ੍ਰਾਪਤ ਹੋ ਸਕਦੀ ਹੈ, ਜਿਸ ਨਾਲ ਉਹਨਾਂ ਨੂੰ ਆਪਣੇ ਕੰਮਾਂ ਵਿੱਚ ਸਹੂਲਤ ਰਹਿੰਦੀ ਹੈ। ਇਸ ਤੋਂ ਇਲਾਵਾ ਜਿਹੜੇ ਸਟੂਡੈਂਟ ਹੈ ਉਹਨਾਂ ਲਈ ਕੀ ਉਹਨਾਂ ਦੇ ਵਿਅਕਤੀਤਵ ਮਤਲਬ ਉਹਨਾਂ ਦੇ ਨਿੱਜੀ ਹੈ ਜਿਹੜੀਆਂ ਨਿੱਜੀ ਪਰਸਨੈਲਿਟੀਜ਼ ਆ ਉਹਨਾਂ ਨੂੰ ਇੰਪਰੂਵ ਕਿਵੇਂ ਕੀਤਾ ਜਾ ਸਕਦਾ, ਉਹਨਾਂ ਚੀਜ਼ਾਂ ਬਾਰੇ ਵੀ ਜਿਹੜੇ ਕਾਉਂਸਲਰ ਹੈ ਉਹ ਜਾਣਕਾਰੀ ਪ੍ਰਾਪਤ ਕਰ ਸਕਦੇ ਵਿਦ ਦਾ ਹੈਲਪ ਆਫ ICT। ਇੱਕ ਪੁਆਇੰਟ ਹੋਰ ਕਰਾਂਗੇ ਸਟੂਡੈਂਟ, ਆਹ ਪੇਜ ਕੰਪਲੀਟ ਕਰ ਲੈਂਦੇ ਹਾਂ। ਚਲੋ, ਯੂਜ਼ਫੁਲ ਫॉर ਐਜੂਕੇਸ਼ਨਲ ਰਿਸਰਚਰ। ਕਹਿੰਦੇ ਜਿਹੜੀ ICT ਹੈ ਇਟ ਇਜ਼ ਆਲਸੋ ਯੂਜ਼ਫੁਲ ਫॉर ਐਜੂਕੇਸ਼ਨਲ ਰਿਸਰਚਰ। ਜਿਹੜੇ ਰਿਸਰਚ ਦਾ ਕੰਮ ਕਰਦੇ ਐਜੂਕੇਸ਼ਨ ਸੇ ਉਹਨਾਂ ਲਈ ਬੜੀ ਯੂਜ਼ਫੁਲ ਹੁੰਦੀ ਹੈ। ਕਿਵੇਂ, ਉਹ ਕਿਸੇ ਦੇ ਨਾਲ ਵੀ ਸੂਚਨਾ ਅਤੇ ਸੰਚਾਰ ਤਕਨੀਕੀ ਦੇ ਸਾਧਨਾਂ ਦੁਆਰਾ ਅੰਤਰ ਕਿਰਿਆਵਾਂ ਅੰਕੜੇ ਇਕੱਠੇ ਕਰ ਸਕਦੇ ਆ। ਕਿਸੇ ਵੀ ਕਿਸਮ ਦੀ ਕੋਈ ਗਣਨਾ ਹੁੰਦੀ ਹੈ, ਜਿਵੇਂ ਜਨਸੰਖਿਆ ਦੀ ਗਣਨਾ ਹੁੰਦੀ ਹੈ, ਈਵਨ ਸਟੂਡੈਂਟ ਬਾਰੇ ਕੋਈ ਇਨਫੋਰਮੇਸ਼ਨ ਇਕੱਠੀ ਕਰਨੀ ਹੈ, ਗਣਨਾ ਕਰਨੀ ਹੈ, ਤਾਂ ਬਾਈ ਯੂਜ਼ਿੰਗ ICT ਜਿਹੜੇ ਸਟੂਡੈਂਟ ਆ ਉਹ ਵਧੀਆ ਤਰੀਕੇ ਨਾਲ ਕਰ ਸਕਦੇ ਆ। ਉਹਨਾਂ ਨੂੰ ਸਿੱਖਿਆ ਦੇ ਹਰੇਕ ਪੱਖ ਨਾਲ ਸੰਬੰਧਿਤ ਹਰੇਕ ਪ੍ਰਕਾਰ ਦੀ ਜਾਣਕਾਰੀ ਮਿਲ ਸਕਦੀ ਹੈ। ਇਫ ਦੇ ਵਾਂਟ ਟੂ ਗੈਟ ਐਨੀ ਕਾਈਂਡ ਆਫ ਨੌਲੇਜ ਰਿਲੇਟਡ ਟੂ ਦ ਐਜੂਕੇਸ਼ਨਲ ਫੀਲਡ ਦੇ ਕੈਨ ਗੇਨ ਇਟ ਵੈਰੀ ਈਜ਼। ਠੀਕ ਹੈ ਨਾ, ਬਹੁਤ ਹੀ ਆਸਾਨੀ ਨਾਲ ਉਹ ਜਿਹੜੀ ਇਨਫੋਰਮੇਸ਼ਨ ਹੈ ਉਹ ਗੇਨ ਕਰ ਸਕਦੇ ਆ। ਸਿਕਸਥ ਪੁਆਇੰਟ ਜਿਹੜਾ ਇਹਦੇ ਵਿੱਚ ਆ ਜਾਂਦਾ ਮੋਟੀਵੇਟ ਦਾ ਲਰਨਰ। ਜਿੰਨੇ ਵੀ ਲਰਨਰ ਹੈ, ਜਿੰਨੇ ਵੀ ਸਿੱਖਿਆਰਥੀ ਹੈ, ਉਹਨਾਂ ਨੂੰ ਬੜਾ ਮੋਟੀਵੇਟ ਕਰਦੀ ਹੈ ICT ਬਿਕੋਜ਼ ਦੇਰ ਆਰ ਡਿਫਰੈਂਟ ਕਾਈਂਡ ਆਫ ਟੂਲਸ ਆਰ ਅਵੇਲੇਬਲ ਔਨ ICT, ਡਿਫਰੈਂਟ ਕਾਈਂਡ ਆਫ ਵੀਡੀਓਜ਼ ਆਫ ਡਿਫਰੈਂਟ ਕਾਈਂਡ ਆਫ ਪਰਸਨ ਆਰ ਅਵੇਲੇਬਲ ਔਨ ਦਾ ICT, ਜਿਨ੍ਹਾਂ ਨੂੰ ਆਪਾਂ ਸੁਣ ਕੇ ਬਹੁਤ ਜ਼ਿਆਦਾ ਪ੍ਰੇਰਿਤ ਹੋ ਸਕਦੇ ਹਾਂ। 7th ਇਜ਼ ਇੰਪਰੂਵ
ਕੈਲੀਬਰੇਟ ਐਂਡ ਲਰਨਿੰਗ। ਉਸ ਤੋਂ ਇਲਾਵਾ ਇੰਪਰੂਵ ਕਰਦਾ ਵੀ ਕੈਲੀਬਰੇਟਡ ਮਤਲਬ ਸਾਂਝੀ ਸਿੱਖਿਆ ਦੇਣ ਦੇ ਵਿੱਚ, ਸਾਂਝੀ ਸਿੱਖਿਆ ਲੈਣ ਦੇ ਵਿੱਚ ਆਪਣੀ ਲਰਨਿੰਗ ਨੂੰ, ਸਿੱਖਣ ਦੀ ਪ੍ਰਕਿਰਿਆ ਨੂੰ ਬੜਾ ਜ਼ਿਆਦਾ ਇੰਪਰੂਵ ਕਰਦਾ ਇਫ ਯੂ ਆਰ ਯੂਜ਼ਿੰਗ ICT ਟੂਲ। ਜੇ ਆਪਾਂ ਯੂਜ਼ ਕਰਦੇ ਹਾਂ ਇਸ ਨੂੰ ਬੜਾ ਹੀ ਜ਼ਿਆਦਾ ਇਹ ਇੰਪਰੂਵ ਕਰਦਾ। ਠੀਕ ਹੈ ਸਟੂਡੈਂਟ, ਅੱਜ ਦੀ ਵੀਡੀਓ ਦੇ ਵਿੱਚ ਇੰਨਾ ਕਰਾਂਗੇ। ਕੱਲ੍ਹ ਦੀ ਵੀਡੀਓ ਦੇ ਵਿੱਚ ਜਿਹੜੀਆਂ ਐਡਵਾਂਟੇਜਿਸ ਰਹਿ ਜਾਣਗੀਆਂ ਮੈਂ ਤੁਹਾਨੂੰ ਉਹ ਕਰਾ ਦੂੰਗੀ, ਪਲੱਸ ਜਿਹੜੀਆਂ ਲਿਮਿਟੇਸ਼ਨ ਕਰਕੇ ਇਸ ਟੌਪਿਕ ਨੂੰ ਆਪਾਂ ਕੰਪਲੀਟ ਕਰ ਦਾਂਗੇ। ਥੈਂਕ ਯੂ ਸਟੂਡੈਂਟ, ਥੈਂਕ ਯੂ ਫॉर ਵਾਚਿੰਗ ਦ ਵੀਡੀਓ।